ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਵਰਲਡ ਇਸ਼ੂਜ਼ ਦੇ ਵਿੱਚ। ਐਨਵਾਇਰਨਮੈਂਟ, ਜਲਵਾਯੂ, ਅਸੀਂ ਸਾਰੇ ਹੀ ਪਰੇਸ਼ਾਨ ਹਾਂ ਕਿਉਂਕਿ ਸਾਨੂੰ ਖਤਰਾ ਹੈ ਕਿ ਸਾਡਾ ਕੀ ਬਣੂਗਾ। ਐਕਸਪਰਟਸ ਕਹਿੰਦੇ ਨੇ ਕਿ ਦੁਨੀਆ ਦਾ ਤਾਪਮਾਨ ਵੱਧਦਾ ਪਿਆ, ਜਿਸ ਕਰਕੇ ਗਲੇਸ਼ੀਅਰ ਪਿਘਲ ਰਹੇ ਨੇ, ਜਿਸ ਕਰਕੇ ਪਹਾੜਾਂ ਦੇ ਉੱਤੇ ਜੰਮੀ ਹੋਈ ਬਰਫ਼ ਪਿਘਲ ਰਹੀ ਹੈ। ਸਮੁੰਦਰ ਦਾ ਜੋ ਪਾਣੀ ਹੈ ਉਹ ਉੱਚਾ ਹੁੰਦਾ ਜਾ ਰਿਹਾ ਹੈ। ਤਾਂ ਸਾਨੂੰ ਖਤਰਾ ਹੈ ਕਿ ਅਸੀਂ ਸਾਰੇ ਡੁੱਬ ਜਾਵਾਂਗੇ, ਕਿਉਂਕਿ ਜਦੋਂ ਸਮੁੰਦਰ ਦਾ ਪਾਣੀ ਸ਼ਹਿਰਾਂ ਦੇ ਵਿੱਚ ਵੜੇਗਾ ਤਾਂ ਸਾਡੀ ਜਾਨ ਨੂੰ ਖਤਰਾ ਪੈਦਾ ਹੋ ਜਾਏਗਾ। ਇਸ ਦਾ ਕਾਰਨ ਕੀ ਹੈ? ਇਸ ਦਾ ਕਾਰਨ ਹੈ ਸਾਡੀਆਂ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ। ਅਸੀਂ ਕੁਦਰਤ ਦੇ ਨਾਲ ਛੇੜਖਾਨੀ ਕੀਤੀ, ਅਸੀਂ ਕੁਦਰਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਜੋ ਸਾਡੀ ਸਭ ਤੋਂ ਵੱਡੀ ਗਲਤੀ ਹੈ, ਕਿਉਂਕਿ ਅਸੀਂ ਕੁਦਰਤ ਨੂੰ ਕਾਬੂ ਨਹੀਂ ਕਰ ਸਕਦੇ। ਇਸ ਕੰਟੈਕਸਟ ਦੇ ਵਿੱਚ ਇੱਕ ਬੜੀ ਹੀ ਖੂਬਸੂਰਤ ਸਟੇਟਮੈਂਟ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ। 2019 ਦੇ ਆਲਮੀ ਜਲਵਾਯੂ ਸੰਮੇਲਨ ਦੌਰਾਨ ਸਵੀਡਨ ਦੀ 16 ਸਾਲਾ ਲੜਕੀ ਗ੍ਰੇਟਾ ਥੁਨਬਰਗ ਨੇ ਦੁਨੀਆ ਦੀਆਂ ਸਰਕਾਰਾਂ ਦੇ ਮੁਖੀਆਂ ਨੂੰ ਤਾੜਨਾ ਕਰਦੇ ਕਿਹਾ ਸੀ, ਹਾਊ ਡੇਅਰ ਯੂ, ਮਤਲਬ ਤੁਸੀਂ ਸਾਡਾ ਬਚਪਨ ਅਤੇ ਭਵਿੱਖ ਖੋਣ ਦੀ ਹਿੰਮਤ ਕਿਵੇਂ ਕੀਤੀ। ਵਾਕਈ ਉਸ ਲੜਕੀ ਦੀ ਦਲੇਰੀ ਹੈ ਜੋ ਪੂਰੀ ਦੁਨੀਆ ਦੇ ਵੱਡੇ ਵੱਡੇ ਲੀਡਰਸ ਨੂੰ ਇਹ ਕਹਿ ਸਕਦੀ ਹੈ, ਹਾਊ ਡੇਅਰ ਯੂ, ਤੁਹਾਡੀ ਹਿੰਮਤ ਕਿਵੇਂ ਪਈ। ਯਕੀਨ ਮੰਨੋ, ਇਹ ਸਾਡੇ ਸਾਰਿਆਂ ਦੇ ਅੰਦਰ ਦੀ ਭਾਵਨਾ ਹੈ। ਅਸੀਂ ਸਾਰੇ ਹੀ ਪੁੱਛਦੇ ਹਾਂ, ਹਾਊ ਡੇਅਰ ਯੂ। ਕਿਉਂ? ਕਿਉਂਕਿ ਸਾਡਾ ਜੀਵਨ ਤੁਸੀਂ ਬਿਲਕੁਲ ਖਤਰੇ ਵਿੱਚ ਪਾ ਕੇ ਰੱਖ ਦਿੱਤਾ ਹੈ। ਵੱਡੇ ਵੱਡੇ ਬਿਜ਼ਨਸ ਹਾਊਸਿਸ, ਵੱਡੀਆਂ ਵੱਡੀਆਂ ਕਾਰਪੋਰੇਟਸ ਮਿਲ ਕੇ ਆਪਣੇ ਪ੍ਰੋਫਿਟ ਬਾਰੇ ਸੋਚਦੀਆਂ ਨੇ ਤੇ ਆਪਣੇ ਪ੍ਰੋਫਿਟ ਲਈ ਵਾਤਾਵਰਣ ਨੂੰ ਕਿਸੇ ਵੀ ਹੱਦ ਤੱਕ ਨੁਕਸਾਨ ਪਹੁੰਚਾਉਂਦੀਆਂ ਨੇ। ਗੱਲਾਂ ਬਹੁਤ ਪਿਆਰੀਆਂ ਕਰਦੀਆਂ ਨੇ, ਪਰ ਜਦੋਂ ਕੰਮ ਕਰਨ ਦਾ ਵੇਲਾ ਆਉਂਦਾ ਹੈ ਉਦੋਂ ਕੰਮ ਉਹਨੇ ਪਿਆਰੇ ਤਰੀਕੇ ਨਾਲ ਨਹੀਂ ਕੀਤਾ ਜਾਂਦਾ ਜੋ ਵਾਤਾਵਰਣ ਲਈ ਕਰਨਾ ਜ਼ਰੂਰੀ ਹੈ। ਇਹ ਜੀਵਨ ਹੈ, ਇਹ ਜੀਵਨ ਕੋਈ ਸ਼ੇਅਰ ਮਾਰਕੀਟ ਨਹੀਂ ਹੈ। ਇਹ ਜੀਵਨ ਕੋਈ ਸ਼ੇਅਰ ਮਾਰਕੀਟ ਦਾ ਗ੍ਰਾਫ ਨਹੀਂ ਹੈ ਜੋ ਅੱਜ ਉੱਤੇ ਜਾਂਦਾ ਹੈ, ਕੱਲ੍ਹ ਨੂੰ ਥੱਲੇ ਆਉਂਦਾ ਹੈ, ਪਰਸੋਂ ਫਿਰ ਉੱਤੇ ਜਾਂਦਾ ਹੈ। ਕਿਉਂਕਿ ਸ਼ੇਅਰ ਮਾਰਕੀਟ ਤੁਸੀਂ ਲਗਾਤਾਰ ਖੇਡ ਸਕਦੇ ਹੋ, ਪਰ ਜੀਵਨ ਇੱਕ ਵਾਰੀ ਹੱਥੋਂ ਚਲਾ ਗਿਆ ਫਿਰ ਮੁੜ ਕੇ ਨਹੀਂ ਆਉਂਦਾ। ਅਸੀਂ ਜਾਣਦੇ ਹਾਂ ਕਿ ਜਾਨਵਰਾਂ ਦੀਆਂ ਕਈ ਜਾਤੀਆਂ, ਪਰਿੰਦਿਆਂ ਪੰਛੀਆਂ ਦੀਆਂ ਕਈ ਜਾਤੀਆਂ ਜੋ ਇਸ ਧਰਤੀ ਤੋਂ ਖਤਮ ਹੋ ਚੁੱਕੀਆਂ ਨੇ, ਉਹਨਾਂ ਨੇ ਮੁੜ ਕੇ ਕਦੇ ਵੀ ਨਹੀਂ ਆਉਣਾ। ਠੀਕ ਇਸੇ ਤਰ੍ਹਾਂ ਹੁਣ ਇਨਸਾਨ ਜਾਤੀ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ, ਕਿਤੇ ਇਨਸਾਨ ਜਾਤੀ ਵੀ ਧਰਤੀ ਤੋਂ ਖਤਮ ਨਾ ਹੋ ਜਾਏ। ਤੇ ਇਨਸਾਨ ਜਾਤੀ ਨੂੰ ਖਤਰਾ ਕਿਹਨੇ ਪਾਇਆ ਹੈ? ਖੁਦ ਇਨਸਾਨ ਨੇ। ਜਾਨਵਰਾਂ ਪੰਛੀਆਂ ਪਰਿੰਦਿਆਂ ਨੂੰ ਕਿਹਨੇ ਖਤਰਾ ਪਾਇਆ ਹੈ? ਖੁਦ ਇਨਸਾਨ ਨੇ। ਨਦੀਆਂ ਨੂੰ, ਸਮੁੰਦਰਾਂ ਨੂੰ, ਵਨਸਪਤੀ ਨੂੰ, ਪੇੜਾਂ ਨੂੰ, ਪੌਦਿਆਂ ਨੂੰ ਕਿਹਨੇ ਖਤਰਾ ਪਾਇਆ ਹੈ? ਇਨਸਾਨ ਨੇ। ਸੋ ਇਨਸਾਨ ਇਹ ਸਭ ਖਤਰੇ ਲਈ ਜ਼ਿੰਮੇਵਾਰ ਹੈ। ਕਿਹਾ ਜਾਂਦਾ ਹੈ ਕਿ ਅਸੀਂ ਆਰਥਿਕ ਤਰੱਕੀ ਕਰ ਰਹੇ ਹਾਂ। ਆਰਥਿਕ ਤਰੱਕੀ ਕਰਕੇ ਹੀ ਇਹ ਸਾਰਾ ਨੁਕਸਾਨ ਵਾਤਾਵਰਣ ਨੂੰ ਹੁੰਦਾ ਪਿਆ। ਆਰਥਿਕ ਤਰੱਕੀ ਕਰਕੇ ਹੀ ਅਸੀਂ ਜੰਗਲ ਕੱਟਦੇ ਹਾਂ। ਆਰਥਿਕ ਤਰੱਕੀ ਕਰਕੇ ਹੀ ਅਸੀਂ ਸਮੁੰਦਰਾਂ ਦੇ ਕਈ ਕਿਨਾਰੇ ਸੁਕਾ ਦਿੰਦੇ ਹਾਂ। ਆਰਥਿਕ ਤਰੱਕੀ ਕਰਕੇ ਹੀ ਅਸੀਂ ਨਦੀਆਂ ਦਾ ਪਾਣੀ ਗੰਦਾ ਕਰ ਦਿੰਦੇ ਹਾਂ। ਸੋ ਆਰਥਿਕ ਤਰੱਕੀ ਦਾ ਐਡਾ ਵੱਡਾ ਮੁੱਲ ਸਾਨੂੰ ਤਾਰਨਾ ਪੈਂਦਾ ਹੈ ਕਿ ਉਸ ਦਾ ਕੋਈ ਹਿਸਾਬ ਨਹੀਂ। ਹੁਣ ਗੱਲ ਇਹ ਹੈ ਕਿ ਇਸ ਸਾਰੇ ਗੰਦਲੇ ਵਾਤਾਵਰਣ ਨੂੰ ਅਸੀਂ ਠੀਕ ਕਿਵੇਂ ਕਰ ਸਕਦੇ ਹਾਂ। ਜੇ ਤਾਂ ਅਸੀਂ ਕਾਰਪੋਰੇਟ ਦੇ ਵਿਕਾਸ ਮਾਡਲ ਤੇ ਚੱਲਦੇ ਹੋਏ ਇਹ ਸੋਚੀਏ ਕਿ ਅਸੀਂ ਇਹ ਸਾਰੇ ਖਤਰੇ ਨੂੰ ਦੂਰ ਕਰ ਸਕਦੇ ਹਾਂ, ਵਾਤਾਵਰਣ ਨੂੰ ਸਾਫ਼ ਸੁਥਰਾ ਸ਼ੁੱਧ ਕਰ ਸਕਦੇ ਹਾਂ, ਤਾਂ ਸਾਡੀ ਸੋਚ ਬਿਲਕੁਲ ਗਲਤ ਹੈ। ਕਿਉਂਕਿ ਕਾਰਪੋਰੇਟਸ, ਵੱਡੇ ਵੱਡੇ ਬਿਜ਼ਨਸ ਹਾਊਸਿਸ ਪਹਿਲਾਂ ਆਪਣਾ ਏਜੰਡਾ ਬਣਾਉਂਦੇ ਨੇ, ਫਿਰ ਉਸ ਏਜੰਡੇ ਦੇ ਮੁਤਾਬਿਕ ਸਾਰੇ ਫੈਸਲੇ ਲਿੱਤੇ ਜਾਂਦੇ ਨੇ। ਸੋ ਉਹਨਾਂ ਦੇ ਵਿਕਾਸ ਮਾਡਲ ਦੇ ਉੱਤੇ ਚੱਲਦਿਆਂ ਹੋਇਆਂ ਅਸੀਂ ਨਾ ਕਦੇ ਕੁਦਰਤ ਦੇ ਵਿੱਚ ਕੋਈ ਸੁਧਾਰ ਕਰ ਸਕਦੇ ਹਾਂ ਤੇ ਨਾ ਕੁਦਰਤ ਨੂੰ ਬਚਾ ਸਕਦੇ ਹਾਂ, ਤੇ ਨਾ ਜੋ ਇਹ ਖਤਰਾ ਪੈਦਾ ਹੋ ਗਿਆ ਹੈ ਵਾਤਾਵਰਣ ਨੂੰ ਲੈ ਕੇ, ਐਨਵਾਇਰਨਮੈਂਟ ਨੂੰ ਲੈ ਕੇ, ਇਸ ਤੋਂ ਕਦੀ ਛੁਟਕਾਰਾ ਪਾ ਸਕਦੇ ਹਾਂ। ਤਾਂ ਸਾਨੂੰ ਉਸ ਬੱਚੀ ਦੀ ਗੱਲ ਹਮੇਸ਼ਾ ਦੁਹਰਾਉਣੀ ਪਏਗੀ, ਹਾਊ ਡੇਅਰ ਯੂ, ਤੁਹਾਡੀ ਹਿੰਮਤ ਕਿਵੇਂ ਪਈ ਸਾਡਾ ਜੀਵਨ ਖਰਾਬ ਕਰਨ ਦੀ, ਤੁਹਾਡੀ ਹਿੰਮਤ ਕਿਵੇਂ ਪਈ ਸਾਡਾ ਭਵਿੱਖ ਖਰਾਬ ਕਰਨ ਦੀ। ਗਲਾਸਗੋ ਦੇ ਵਿੱਚ ਇਸੇ ਵਿਸ਼ੇ ਦੇ ਉੱਤੇ ਬਹੁਤ ਵੱਡੀ ਕਾਨਫਰੰਸ ਚੱਲ ਰਹੀ ਹੈ, ਜਿਸ ਦੇ ਵਿੱਚ ਵੱਖੋ-ਵੱਖ ਦੇਸ਼ਾਂ ਦੇ ਰਿਪਰੈਜ਼ੈਂਟੇਟਿਵਸ ਆਏ ਹੋਏ ਨੇ ਤੇ ਇਸ ਵਾਤਾਵਰਣ ਦੇ ਵਿਸ਼ੇ ਦੇ ਉੱਤੇ ਬੜੇ ਇਮੋਸ਼ਨਲ ਹੋ ਕੇ ਵੱਡੇ ਵੱਡੇ ਲੈਕਚਰਸ ਦਿੱਤੇ ਜਾ ਰਹੇ ਨੇ। ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈ ਕਿ ਝੂਠ ਬੋਲਿਆ ਜਾ ਰਿਹਾ ਹੈ। ਕਿਉਂ? ਕਿਉਂਕਿ ਇਸ ਤਰ੍ਹਾਂ ਦੇ ਸੰਮੇਲਨ ਪਹਿਲਾਂ ਵੀ ਹੁੰਦੇ ਰਹੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਪਰ ਉਸ ਦੇ ਉੱਤੇ ਜੋ ਵਾਅਦੇ ਕੀਤੇ ਗਏ ਉਸ ਦੇ ਮੁਤਾਬਿਕ ਕੰਮ ਕਦੀ ਵੀ ਨਹੀਂ ਹੋਏ, ਜਾਂ ਹੋਏ ਨੇ ਤਾਂ ਉਸ ਤਰ੍ਹਾਂ ਨਹੀਂ ਹੋਏ ਜਿਸ ਤਰ੍ਹਾਂ ਹੋਣੇ ਚਾਹੀਦੇ ਸੀ। ਉਹਨਾਂ ਦਾ ਇੰਪੈਕਟ, ਉਹਨਾਂ ਦਾ ਪ੍ਰਭਾਵ ਓਨਾ ਜ਼ਿਆਦਾ ਨਹੀਂ ਪਿਆ।
ਅਸੀਂ ਜਾਣਦੇ ਹਾਂ ਕਿ ਸਨ 1992 ਤੋਂ ਲੈ ਕੇ ਸਨ 2014 ਤੱਕ ਜਿਸ ਤਰ੍ਹਾਂ ਦਾ ਕੰਮ ਸੰਸਾਰ ਦੇ ਵਿੱਚ ਕੀਤਾ ਗਿਆ ਹੈ ਵਾਤਾਵਰਣ ਨੂੰ ਲੈ ਕੇ, ਤੇ ਇੰਡਸਟਰੀ ਤੇ ਆਰਥਿਕ ਤਰੱਕੀ ਨੇ ਜੋ ਹਾਲ ਕੀਤਾ ਹੈ ਵਾਤਾਵਰਣ ਦਾ, ਉਸ ਦੇ ਨਾਲ ਜੰਗਲਾਂ ਦੀ ਕਟਾਈ ਹੋਈ ਹੈ, ਉਸ ਦੇ ਨਾਲ ਸਮੁੰਦਰਾਂ ਨਦੀਆਂ ਦਾ ਪਾਣੀ ਖਰਾਬ ਹੋਇਆ ਹੈ। ਤੇ ਜੇ ਇਸੇ ਰਫ਼ਤਾਰ ਨਾਲ ਅਸੀਂ ਚੱਲਦੇ ਰਹੇ ਤਾਂ ਸਾਨੂੰ ਇਹ ਧਰਤੀ ਵੀ ਛੋਟੀ ਪੈ ਜਾਣੀ ਹੈ। ਸਾਨੂੰ ਇਸ ਦੇ ਨਾਲ 2 ਹੋਰ ਧਰਤੀਆਂ ਚਾਹੀਦੀਆਂ ਨੇ ਤਾਂ ਜਾ ਕੇ ਸਾਡੀਆਂ ਲੋੜਾਂ ਪੈਦਾ ਜੋ ਹੋ ਰਹੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਸੋ ਇਸ ਗਲਾਸਗੋ ਦੇ ਵਿੱਚ ਹੋਣ ਵਾਲੇ ਸਮਾਗਮ ਦੇ ਵਿੱਚ ਇਹ ਸਾਰੀਆਂ ਗੱਲਾਂ ਕੀਤੀਆਂ ਗਈਆਂ ਕਿ ਅਸੀਂ ਪੈਟਰੋਲ, ਡੀਜ਼ਲ ਜਾਂ ਹੋਰ ਜੋ ਖਤਰਨਾਕ ਚੀਜ਼ਾਂ ਨੇ ਜੋ ਸਾਰੀਆਂ এনवायरमेंट ਨੂੰ ਖਰਾਬ ਕਰਦੀਆਂ ਨੇ ਉਹਨਾਂ ਦੀ ਵਰਤੋਂ ਘੱਟ ਤੋਂ ਘੱਟ ਕਰਾਂਗੇ ਤਾਂ ਕਿ ਗ੍ਰੀਨ ਹਾਊਸ ਇਫੈਕਟ ਨੂੰ ਘਟਾਇਆ ਜਾ ਸਕੇ, ਕਾਰਬਨ ਨੂੰ ਘਟਾਇਆ ਜਾ ਸਕੇ ਤੇ ਧਰਤੀ ਦੀ ਤਪਸ਼ ਨੂੰ ਕੰਟਰੋਲ ਕੀਤਾ ਜਾ ਸਕੇ, ਉਸ ਪੁਆਇੰਟ ਤੇ ਲਿਆਂਦਾ ਜਾ ਸਕੇ ਜੋ ਇੰਡਸਟਰੀਅਲ ਰੈਵੋਲੂਸ਼ਨ ਤੋਂ ਪਹਿਲਾਂ ਧਰਤੀ ਦਾ ਤਾਪਮਾਨ ਸੀ। ਸੋ ਇਸ ਵਾਸਤੇ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ, ਪਰ ਇਹਨਾਂ ਵਾਅਦਿਆਂ ਦੇ ਉੱਤੇ ਖਰਾ ਕੌਣ ਉਤਰੇਗਾ? ਖਰਾ ਉਤਰਨ ਵਾਸਤੇ ਸਾਨੂੰ ਕੋਸ਼ਿਸ਼ ਕਰਨੀ ਪਏਗੀ। ਵੱਡੇ ਵੱਡੇ ਬਜਟ ਐਲਾਨੇ ਜਾ ਰਹੇ ਨੇ, ਤਰੀਕਾ ਫਿਕਸ ਕੀਤੀਆਂ ਜਾ ਰਹੀਆਂ ਨੇ ਜੋ ਸ਼ੁਰੂ ਤੋਂ ਹੀ ਫਿਕਸ ਕੀਤੀਆਂ ਗਈਆਂ ਨੇ, ਪਰ ਸਵਾਲ ਇਹ ਹੈ ਕਿ ਉਹਨਾਂ ਤਰੀਕਾਂ ਦਾ ਕੀ ਬਣਿਆ, ਉਹਨਾਂ ਡੈਡਲਾਈਨਸ ਦਾ ਕੀ ਬਣਿਆ ਜੋ ਆਲਰੇਡੀ ਪਹਿਲਾਂ ਵਾਲੀਆਂ ਕਾਨਫਰੰਸ ਦੇ ਵਿੱਚ ਸਥਾਪਿਤ ਕੀਤੀਆਂ ਗਈਆਂ ਸੀ। ਜੋ ਬਜਟ ਉਲੀਕਿਆ ਗਿਆ ਸੀ ਪਹਿਲੀਆਂ ਵਾਲੀਆਂ ਕਾਨਫਰੰਸਿਸ ਦੇ ਵਿੱਚ, ਜੋ ਬਜਟ ਫਿਕਸ ਕੀਤਾ ਗਿਆ ਸੀ ਉਹ ਪੂਰਾ ਖਰਚਾ ਹੋਇਆ ਕਿ ਨਹੀਂ ਹੋਇਆ? ਜੋ ਦੇਸ਼ ਛੋਟੇ ਛੋਟੇ ਟਾਪੂ ਨੇ, ਜੋ ਗਰੀਬ ਮੁਲਕ ਨੇ, ਉਹਨਾਂ ਵਾਸਤੇ ਵੱਡੀਆਂ ਵੱਡੀਆਂ ਸਹਾਇਤਾ ਦਾ ਐਲਾਨ ਕੀਤਾ ਗਿਆ ਕਿ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਗ੍ਰੀਨ ਹਾਊਸ ਇਫੈਕਟ ਪੈਦਾ ਹੋ ਰਹੇ ਨੇ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾਏ, ਕਿਉਂਕਿ ਇਹ ਮੁਲਕ ਆਪਣੇ ਉੱਤੇ ਜ਼ਿਆਦਾ ਖਰਚਾ ਨਹੀਂ ਕਰ ਸਕਦੇ। ਪਰ ਉਹ ਖਰਚਾ ਉਹਨਾਂ ਤੱਕ ਪਹੁੰਚਿਆ, ਉਹ ਖਰਚਾ ਅਮੀਰ ਦੇਸ਼ਾਂ ਨੇ ਉਹਨਾਂ ਤੱਕ ਪਹੁੰਚਾਇਆ, ਇਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗਦਾ ਹੈ। ਸੋ ਮੁੱਕਦੀ ਗੱਲ ਇਹ ਹੈ ਕਿ ਜੋ ਸੋਹਣੀਆਂ ਸੋਹਣੀਆਂ ਗੱਲਾਂ ਵਾਤਾਵਰਣ ਨੂੰ ਲੈ ਕੇ ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਨੇ ਕਿ ਵਾਤਾਵਰਣ ਨੂੰ ਬਚਾਉਣਾ ਹੈ, ਉਹਨਾਂ ਗੱਲਾਂ ਦੇ ਪ੍ਰਤੀ ਦੁਨੀਆ ਦੇ ਵੱਡੇ ਵੱਡੇ ਮੁਲਕ, ਵੱਡੇ ਵੱਡੇ ਬਿਜ਼ਨਸ ਹਾਊਸਿਸ, ਵੱਡੇ ਵੱਡੇ ਕਾਰਪੋਰੇਟਸ ਕਿੰਨੇ ਕੁ ਜ਼ਿਆਦਾ ਸੰਜੀਦਾ ਨੇ, ਕਿੰਨੇ ਕੁ ਸੀਰੀਅਸਲੀ ਇਸ ਮੁੱਦੇ ਦੇ ਉੱਤੇ ਕੰਮ ਕਰਨਾ ਚਾਹੁੰਦੇ ਨੇ। ਸੋ ਇੱਥੇ ਆ ਕੇ ਫਿਰ ਉਸ ਬੱਚੀ ਦੀ ਗੱਲ ਅਸੀਂ ਦੁਹਰਾਉਣਾ ਚਾਹਾਂਗੇ, ਹਾਊ ਡੇਅਰ ਯੂ, ਤੁਹਾਡੀ ਹਿੰਮਤ ਕਿਵੇਂ ਪਈ ਸਾਡੇ ਨਾਲ ਝੂਠ ਬੋਲਣ ਦੀ, ਤੁਹਾਡੀ ਹਿੰਮਤ ਕਿਵੇਂ ਪਈ ਸਾਡੇ ਨਾਲ ਵਾਅਦਾ ਖਿਲਾਫੀ ਕਰਨ ਦੀ? ਸਾਡੇ ਘਰ ਜੰਗਲ, ਕਿਉਂਕਿ ਜੰਗਲ ਵੀ ਕਈ ਪ੍ਰਾਣੀਆਂ ਦੇ ਘਰ ਨੇ, ਸਾਡਾ ਸਮੁੰਦਰ, ਸਾਡੀਆਂ ਨਦੀਆਂ, ਸਾਡੇ ਪਹਾੜ, ਸਾਡੀ ਖੂਬਸੂਰਤੀ ਜੋ ਕੁਦਰਤ ਨੇ ਸਾਨੂੰ ਦਿੱਤੀ ਹੋਈ ਹੈ, ਸਾਡਾ ਆਕਾਸ਼, ਇਹ ਸਭ ਕੁਝ ਪ੍ਰਦੂਸ਼ਣ ਦਾ ਸ਼ਿਕਾਰ ਹੋ ਚੁੱਕਾ ਹੈ। ਸੋ ਕਦੋਂ ਅਸੀਂ ਸਮਝਾਂਗੇ ਇਸ ਗੱਲ ਨੂੰ, ਕਦੋਂ ਅਸੀਂ ਜਾਗਰੂਕ ਹੋਵਾਂਗੇ ਕਿ ਕਦੋਂ ਅਸੀਂ ਆਪਣੇ ਆਪ ਨੂੰ ਬਚਾਉਣਾ ਹੈ? ਕਿਸੇ ਕੋਲ ਪਲਾਨ A ਹੈ, ਕਿਸੇ ਕੋਲ ਪਲਾਨ B ਹੈ, ਕਿਸੇ ਕੋਲ ਪਲਾਨ C ਹੈ, ਬਸ ਪਲਾਨਸ ਹੀ ਬਣਾਉਂਦੇ ਰਹਿੰਦੇ ਹਾਂ, ਉਹਨਾਂ ਉੱਤੇ ਕੰਮ ਕਦੋਂ ਕਰਨਾ ਹੈ? ਜੇ ਤੁਸੀਂ ਸਹੀ ਮਾਇਨਿਆਂ 'ਚ ਸੋਚੋ ਤਾਂ ਅਸੀਂ ਆਰਥਿਕ ਤਰੱਕੀ ਦੀ ਉਸ ਰਾਹ ਤੇ ਪੈ ਚੁੱਕੇ ਹਾਂ, ਉਸ ਇਕਨੋਮਿਕ ਡਿਵੈਲਪਮੈਂਟ ਦੀ ਰਾਹ ਤੇ ਪੈ ਚੁੱਕੇ ਹਾਂ। ਜੇ ਅੱਗੇ ਨੂੰ ਜਾਂਦੇ ਹਾਂ ਤਾਂ ਅੱਗੇ ਜਾਂਦੇ ਹੀ ਸਾਡਾ ਵਾਤਾਵਰਣ ਨੁਕਸਾਨ ਦਾ ਸ਼ਿਕਾਰ ਹੁੰਦਾ ਹੈ, ਸਾਡਾ ਜੀਵਨ ਖਤਰੇ ਵਿੱਚ ਪੈ ਜਾਂਦਾ ਹੈ, ਪਰ ਸਾਨੂੰ ਅੱਗੇ ਜਾਣਾ ਹੀ ਪੈਣਾ ਹੈ। ਤੇ ਜੇ ਪਿੱਛੇ ਨੂੰ ਜਾਂਦੇ ਹਾਂ ਤਾਂ ਸਾਡੀ ਸਾਰੀ ਇਕਨੋਮਿਕ ਡਿਵੈਲਪਮੈਂਟ ਢਹਿ ਢੇਰੀ ਹੋ ਜਾਂਦੀ ਹੈ, ਅਸੀਂ ਰੁਕ ਨਹੀਂ ਸਕਦੇ, ਸਾਨੂੰ ਇਹ ਰਾਹ ਤੇ ਚੱਲਣਾ ਹੀ ਪੈਣਾ ਹੈ। ਤਾਂ ਸਮਝਦਾਰੀ ਕੀ ਹੈ? ਸਮਝਦਾਰੀ ਤਾਂ ਪਹਿਲਾਂ ਇਹ ਸੀ ਕਿ ਇਸ ਤਰ੍ਹਾਂ ਦੀ ਤਰੱਕੀ ਦੇ ਰਾਹ ਤੇ ਅਸੀਂ ਨਾ ਹੀ ਤੁਰਦੇ, ਉਦੋਂ ਹੀ ਸੂਝ-ਬੂਝ ਨਾਲ ਅਸੀਂ ਕੰਮ ਲੈਂਦੇ ਕਿ ਕਿਸ ਤਰ੍ਹਾਂ ਦਾ ਇਕਨੋਮਿਕ ਮਾਡਲ ਅਪਣਾਉਣਾ ਹੈ ਜਿਹਦੇ ਵਿੱਚ ਸਾਰਿਆਂ ਦਾ ਭਲਾ ਹੋਵੇ। ਪਰ ਉੱਥੇ ਤਾਂ ਕੁਝ ਲਾਲਚੀ ਲੋਕਾਂ ਨੇ ਆਪਣੇ ਹੱਕ ਵਾਸਤੇ, ਆਪਣੀ ਬਿਹਤਰੀ ਵਾਸਤੇ, ਆਪਣੇ ਫਾਇਦੇ ਵਾਸਤੇ ਇਸ ਤਰ੍ਹਾਂ ਦਾ ਇਕਨੋਮਿਕ ਮਾਡਲ ਅਪਣਾਇਆ ਕਿ ਭਾਵੇਂ ਸਾਰੀ ਦੁਨੀਆ ਦੇ ਵਾਤਾਵਰਣ ਦਾ ਨੁਕਸਾਨ ਹੋ ਜਾਵੇ, ਸਾਡੇ ਪ੍ਰੋਫਿਟ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਭਾਵੇਂ ਲੋਕਾਂ ਦਾ ਬੁਰਾ ਹਾਲ ਹੋ ਜਾਵੇ, ਲੋਕਾਂ ਦਾ ਜੀਵਨ ਚਲਾ ਜਾਵੇ, ਭਾਵੇਂ ਬਾਕੀ ਪ੍ਰਾਣੀਆਂ ਦਾ ਜੀਵਨ ਚਲਾ ਜਾਵੇ। ਕੁਝ ਪ੍ਰਾਣੀ ਤਾਂ ਧਰਤੀ ਤੋਂ ਹਮੇਸ਼ਾ ਵਾਸਤੇ ਜਾ ਚੁੱਕੇ ਨੇ, ਉਹ ਜਾਤੀਆਂ ਖਤਮ ਹੋ ਚੁੱਕੀਆਂ ਨੇ, ਪਰ ਉਹਨਾਂ ਨੂੰ ਕੋਈ ਪਰਵਾਹ ਨਹੀਂ। ਅੱਜ ਵੀ ਜਦੋਂ ਡਿਸਕਸ਼ਨਸ ਹੁੰਦੀਆਂ ਨੇ ਕਿ ਤੁਸੀਂ ਇਸ ਇਕਨੋਮਿਕ ਮਾਡਲ ਨੂੰ ਰੋਕੋ, ਤੁਸੀਂ ਇਸ ਤਰੱਕੀ ਨੂੰ ਰੋਕੋ ਜੋ ਸਾਰਿਆਂ ਦੀ ਤਬਾਹੀ ਦਾ ਕਾਰਨ ਬਣਨ ਜਾ ਰਹੀ ਹੈ, ਤਾਂ ਵੀ ਇਹ ਵੱਡੇ ਵੱਡੇ ਜੋ ਮੁਲਕ ਜੋ ਆਪਣੀ ਇੰਡਸਟਰੀ ਵਾਸਤੇ, ਆਪਣੇ ਫਾਇਦੇ ਵਾਸਤੇ ਕੰਮ ਕਰਦੇ ਨੇ, ਆਪਣੇ ਬਿਜ਼ਨਸ ਵਾਸਤੇ ਕੰਮ ਕਰਦੇ ਨੇ, ਉਹਨਾਂ ਡਾਕੂਮੈਂਟਸ ਦੇ ਉੱਤੇ ਸਿਗਨੇਚਰਸ ਨਹੀਂ ਕਰਦੇ, ਮਾਨਤਾ ਨਹੀਂ ਦਿੰਦੇ, ਤਾਂ ਕਿ ਉਹਨਾਂ ਦਾ ਜੋ ਇਕਨੋਮਿਕ ਤਰੱਕੀ ਦਾ ਮਾਡਲ ਹੈ ਉਸ ਦੇ ਵਿੱਚ ਕੋਈ ਰੁਕਾਵਟ ਨਹੀਂ ਆਣੀ ਚਾਹੀਦੀ। ਤਾਂ ਕੁੱਲ ਮਿਲਾ ਕੇ ਗੱਲ ਇਹ ਹੈ,
ਪਹਿਲਾਂ ਕਿਉਂ ਨਹੀਂ ਸੋਚਿਆ ਗਿਆ, ਹੁਣ ਕਿਉਂ ਨਹੀਂ ਸੋਚਿਆ ਜਾ ਰਿਹਾ। ਹੁਣ ਤਾਂ ਅਸੀਂ ਉਸ ਰਾਹ ਤੇ ਤੁਰੇ ਹੋਏ ਹਾਂ ਕਿ ਅੱਗੇ ਵੀ ਤਬਾਹੀ ਤੇ ਪਿੱਛੇ ਵੀ ਤਬਾਹੀ। ਅੱਗੇ ਜਾਂਦੇ ਹਾਂ ਤਾਂ ਵੀ ਤਬਾਹੀ, ਜੇ ਰੁਕ ਜਾਂਦੇ ਹਾਂ ਤਾਂ ਵੀ ਤਬਾਹੀ। ਨਾ ਰੁਕ ਸਕਦੇ ਹਾਂ, ਨਾ ਪਿੱਛੇ ਜਾ ਸਕਦੇ ਹਾਂ, ਨਾ ਅੱਗੇ ਜਾ ਸਕਦੇ ਹਾਂ। ਤਾਂ ਸਮਝਦਾਰੀ ਇਹਦੇ ਵਿੱਚ ਹੈ ਕਿ ਜੋ ਗਲਤੀਆਂ ਕਰ ਚੁੱਕੇ ਹਾਂ, ਜੋ ਰਾਹ ਅਪਣਾਇਆ ਹੈ, ਉਸ ਨੂੰ ਕਿੱਦਾਂ ਬਦਲਿਆ ਜਾਏ, ਉਸ ਦੇ ਉੱਤੇ ਚੱਲਣਾ ਕਿੱਦਾਂ ਛੱਡਿਆ ਜਾਏ, ਤਾਂ ਕਿ ਇੱਕ ਨਵਾਂ ਰਾਹ ਅਪਣਾਇਆ ਜਾਏ ਜਿਸ ਨਾਲ ਸਭ ਦਾ ਭਲਾ ਹੋਵੇ। ਕਿਉਂਕਿ ਸਭ ਦੇ ਭਲੇ ਦੇ ਵਿੱਚ ਸਾਡਾ ਆਪਣਾ ਵੀ ਭਲਾ ਹੈ। ਤੇ ਨਾਲ ਦੇਖੋ ਹਥਿਆਰਾਂ ਦੀ ਦੌੜ, ਐਟਮ ਬੰਬ, ਕੀ ਕੁਝ ਨਹੀਂ ਬਣ ਰਿਹਾ ਤਬਾਹੀ ਵਾਸਤੇ। ਇਹ ਸਭ ਵੀ ਤਾਂ ਤਬਾਹੀ ਦੇ ਕਾਰਨ ਨੇ। ਅਸੀਂ ਕਹਿੰਦੇ ਹਾਂ ਕਿ ਇਨਸਾਨ ਸਭ ਤੋਂ ਜ਼ਿਆਦਾ ਸੋਚਣ ਵਾਲੀ ਜਾਤੀ ਹੈ, ਸਭ ਤੋਂ ਜ਼ਿਆਦਾ ਦਿਮਾਗ ਵਾਲੀ ਜਾਤੀ ਹੈ, ਸੂਝਵਾਨ ਹੈ, ਇੰਟੈਲੀਜੈਂਟ ਹੈ। ਕੁਦਰਤ ਨੇ ਇਹਨੂੰ ਬਹੁਤ ਹੀ ਇੰਟੈਲੀਜੈਂਟ ਬਣਾਇਆ ਹੈ। ਤਾਂ ਦੇਖੋ ਇਨਸਾਨ ਆਪਣੀ ਇੰਟੈਲੀਜੈਂਸੀ ਦਾ ਇਸਤੇਮਾਲ ਕਿਵੇਂ ਕਰਦਾ ਹੈ। ਆਪਣੀ ਤਬਾਹੀ ਦਾ ਸਮਾਨ ਖੁਦ ਤਿਆਰ ਕਰਦਾ ਹੈ ਤੇ ਆਪਣੇ ਨਾਲ ਨਾਲ ਬਾਕੀ ਲੋਕਾਂ ਦੀ ਤਬਾਹੀ ਦਾ ਸਮਾਨ ਵੀ ਖੁਦ ਤਿਆਰ ਕਰਦਾ ਹੈ। ਤਾਂ ਫਿਰ ਉਸ ਲੜਕੀ ਦੀ ਸਟੇਟਮੈਂਟ ਸਾਨੂੰ ਚੇਤੇ ਆਉਂਦੀ ਹੈ, ਹਾਊ ਡੇਅਰ ਯੂ। ਤੁਹਾਡੀ ਹਿੰਮਤ ਕਿਵੇਂ ਪਈ ਇਹ ਫੈਸਲੇ ਲੈਣ ਦੀ, ਤੁਹਾਡੀ ਹਿੰਮਤ ਕਿਵੇਂ ਪਈ ਇਹ ਇਕਨੋਮਿਕ ਮਾਡਲ ਅਪਣਾਉਣ ਦੀ, ਤੁਹਾਡੀ ਹਿੰਮਤ ਕਿਵੇਂ ਪਈ ਸਾਨੂੰ ਸਾਰਿਆਂ ਨੂੰ ਤਬਾਹੀ ਦੇ ਰਾਹ ਤੇ ਪਾਉਣ ਦੀ। ਗਲਾਸਗੋ ਦੇ ਵਿੱਚ ਹੋਣ ਵਾਲੀ ਕਾਨਫਰੰਸ ਦੇ ਵਿੱਚ ਇਹ ਤੈਅ ਕੀਤਾ ਗਿਆ ਹੈ, ਇਹ ਫੈਸਲਾ ਕੀਤਾ ਗਿਆ ਹੈ ਕਿ ਸਨ 2050 ਤੱਕ ਧਰਤੀ ਦੀ ਤਪਸ਼ ਨੂੰ ਕੰਟਰੋਲ ਕੀਤਾ ਜਾਵੇ, ਗ੍ਰੀਨ ਹਾਊਸ ਇਫੈਕਟ ਨੂੰ ਕੰਟਰੋਲ ਕੀਤਾ ਜਾਵੇ, ਜ਼ਹਿਰੀਲੀਆਂ ਗੈਸਾਂ ਪੈਦਾ ਜੋ ਹੋ ਰਹੀਆਂ ਨੇ ਇੰਡਸਟਰੀ ਦੇ ਕਾਰਨ, ਇਕਨੋਮਿਕ ਡਿਵੈਲਪਮੈਂਟ ਦੇ ਕਾਰਨ, ਉਹਨਾਂ ਨੂੰ ਘੱਟ ਕੀਤਾ ਜਾਏ। ਜੇ ਅਸੀਂ ਹੁਣ ਵੀ ਨਹੀਂ ਕਰਦੇ ਤਾਂ ਆਪ ਅਸੀਂ ਆਪਣੀ ਕਬਰ ਤਿਆਰ ਕਰ ਰਹੇ ਹਾਂ। ਸਾਨੂੰ ਹੁਣ ਦੇਰ ਨਹੀਂ ਕਰਨੀ ਚਾਹੀਦੀ। ਇਹ ਸਾਰੀਆਂ ਗੱਲਾਂ ਹੋਈਆਂ ਨੇ। ਤਾਂ ਜੋ ਮੁਲਕ ਆਪਣੀ ਤਰੱਕੀ ਵਾਸਤੇ ਸਾਰਿਆਂ ਦਾ ਜੀਵਨ ਖਤਰੇ ਵਿੱਚ ਪਾ ਦਿੰਦੇ ਨੇ, ਉਹਨਾਂ ਨੂੰ ਵੀ ਇਸ ਲਾਲਚ ਤੋਂ ਬਾਜ਼ ਆਉਣਾ ਚਾਹੀਦਾ ਹੈ। ਉਹਨਾਂ ਵੱਡੇ ਵੱਡੇ ਬਿਜ਼ਨਸ ਹਾਊਸਿਸ ਨੂੰ, ਉਹਨਾਂ ਕਾਰਪੋਰੇਟਸ ਨੂੰ ਇਸ ਵਿਕਾਸ ਦੇ ਮਾਡਲ ਨੂੰ ਛੱਡ ਦੇਣਾ ਚਾਹੀਦਾ ਹੈ ਜੋ ਵਾਤਾਵਰਣ ਦੇ ਨੁਕਸਾਨ ਦਾ ਕਾਰਨ ਬਣਦੇ ਨੇ। ਤਾਂ ਇਹ ਜੋ ਮਾਹਿਰ ਸਾਨੂੰ ਸਮਝਾ ਰਹੇ ਨੇ, ਉਹਨਾਂ ਦੀ ਗੱਲਬਾਤ ਵਿੱਚੋਂ ਇੱਕ ਸਿੱਟਾ ਨਿਕਲਦਾ ਹੈ, ਇੱਕ ਨਿਸ਼ਕਰਸ਼ ਨਿਕਲਦਾ ਹੈ, ਰਿਜ਼ਲਟ ਨਿਕਲਦਾ ਹੈ ਕਿ ਜੇ ਧਰਤੀ ਦਾ ਤਾਪਮਾਨ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਕੁਦਰਤੀ ਆਫਤਾਂ ਬਹੁਤ ਜ਼ਿਆਦਾ ਵੱਧ ਜਾਣਗੀਆਂ। ਨੈਚੁਰਲ ਡਿਜ਼ਾਸਟਰਸ ਇੰਨੇ ਜ਼ਿਆਦਾ ਹੋ ਜਾਣਗੇ ਕਿ ਉਹਨਾਂ ਨੂੰ ਸੰਭਾਲਣਾ, ਉਹਨਾਂ ਤੋਂ ਬਚਣਾ ਕਿਸੇ ਵੀ ਦੇਸ਼ ਵਾਸਤੇ ਸੰਭਵ ਨਹੀਂ ਹੋਏਗਾ। ਤਾਂ ਮਨੁੱਖ ਜਾਤੀ ਪੂਰੀ ਤਰ੍ਹਾਂ ਖਤਰੇ ਵਿੱਚ ਪੈ ਸਕਦੀ ਹੈ। ਸੋ ਇਸ ਕਰਕੇ ਉਸ ਲੜਕੀ ਦੀ ਸਟੇਟਮੈਂਟ ਇੱਕ ਵਾਰੀ ਫੇਰ ਦੁਹਰਾਉਂਦੇ ਹਾਂ, ਹਾਊ ਡੇਅਰ ਯੂ। ਤੁਸੀਂ ਇਸ ਤਰ੍ਹਾਂ ਦੇ ਹਾਲਾਤ ਕਿਵੇਂ ਪੈਦਾ ਕੀਤੇ ਕਿ ਅਸੀਂ ਅੱਜ ਖਤਰੇ ਦੇ ਵਿੱਚ ਜੀ ਰਹੇ ਹਾਂ ਤੇ ਸਾਡੀ ਮਨੁੱਖ ਜਾਤੀ ਖਤਰੇ ਵਿੱਚ ਪੈ ਚੁੱਕੀ ਹੈ। ਕੁਦਰਤੀ ਆਫਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 2 ਗੁਣਾ, 4 ਗੁਣਾ, 5 ਗੁਣਾ, 7 ਗੁਣਾ ਜ਼ਿਆਦਾ ਆਫਤਾਂ ਆ ਰਹੀਆਂ ਨੇ ਜੋ ਧਰਤੀ ਵਾਸਤੇ ਇੱਕ ਖਤਰਾ ਪੈਦਾ ਕਰ ਰਹੀਆਂ ਨੇ ਕਿ ਇਸ ਧਰਤੀ ਦੇ ਉੱਤੇ ਜੀਵਨ ਬਚੇਗਾ ਵੀ ਜਾਂ ਨਹੀਂ ਬਚੇਗਾ। ਸੋ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਵੱਡੇ ਵੱਡੇ ਵਾਅਦੇ ਕਰ ਰਹੇ ਹਾਂ, ਅਸੀਂ ਵੱਡੇ ਵੱਡੇ ਬਜਟ ਦੇਣ ਦੀ ਵੀ ਗੱਲ ਕਰ ਰਹੇ ਹਾਂ, ਪਰ ਅਸੀਂ ਉਹਨਾਂ ਤੇ ਪੂਰਾ ਉਤਰਨਾ ਹੈ ਕਿ ਨਹੀਂ ਉਤਰਨਾ। ਕਿਉਂਕਿ ਹੁਣ ਸਮਝ ਆ ਜਾਣੀ ਚਾਹੀਦੀ ਹੈ ਸਾਨੂੰ ਕਿ ਅਸੀਂ ਹੁਣ ਗੱਲਾਂ ਘੱਟ ਕਰੀਏ ਤੇ ਕੰਮ ਜ਼ਿਆਦਾ ਕਰੀਏ, ਔਰ ਉਸ ਕੰਮ ਦੇ ਜ਼ਰੀਏ ਹੀ ਅਸੀਂ ਇਸ ਵਿਪਤਾ ਤੋਂ ਛੁਟਕਾਰਾ ਪਾ ਸਕਦੇ ਹਾਂ। ਅਸੀਂ ਜ਼ਰੂਰ ਸਮਾਂ ਮਿਥ ਲਿਆ ਹੈ, ਸਨ 2050 ਤੱਕ ਇਹ ਸਾਰੇ ਇਫੈਕਟ ਨੂੰ ਖਤਮ ਕਰਨਾ ਹੈ, ਪਰ ਕਿਵੇਂ? ਜੇ ਕਰਨ ਦੀ ਨੀਅਤ ਹੋਏਗੀ ਤਾਂ ਹੀ ਕਰ ਸਕਾਂਗੇ। ਜੇ ਇਸ ਖੇਤਰ ਵਿੱਚ ਕੰਮ ਕਰਾਂਗੇ ਤਾਂ ਹੀ ਕਰ ਸਕਾਂਗੇ। ਸਿਰਫ ਗੱਲਾਂ ਕਰਨ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ। ਕਈ ਮਾਮਲੇ ਐਸੇ ਵੀ ਸਾਹਮਣੇ ਆਉਂਦੇ ਨੇ ਕਿ ਜਦੋਂ ਇੱਕ ਪ੍ਰਸਤਾਵ ਰੱਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਉਸ ਇੰਡਸਟਰੀ ਨੂੰ, ਕਿਸ ਤਰ੍ਹਾਂ ਉਸ ਇਕਨੋਮਿਕ ਮਾਡਲ ਨੂੰ, ਕਿਸ ਤਰ੍ਹਾਂ ਉਸ ਆਰਥਿਕ ਵਿਕਾਸ ਨੂੰ ਠੱਲ ਪਾਣੀ ਹੈ, ਰੋਕਣਾ ਹੈ ਜੋ ਸਭ ਦੇ ਨੁਕਸਾਨ ਦਾ ਕਾਰਨ ਬਣਦਾ ਹੈ, ਤਾਂ ਉਸ ਸਮਝੌਤੇ ਦੇ ਉੱਤੇ, ਉਸ ਪ੍ਰਪੋਜ਼ਲ ਦੇ ਉੱਤੇ ਸਾਰੇ ਦੇਸ਼ ਸਿਗਨੇਚਰ ਨਹੀਂ ਕਰਦੇ, ਇੱਕ ਮਤ ਨਹੀਂ ਹੁੰਦੇ, ਜਦਕਿ ਉਹਨਾਂ ਨੂੰ ਇੱਕ ਮਤ ਹੋਣਾ ਚਾਹੀਦਾ ਹੈ। ਕਿਉਂਕਿ ਇੱਕੋ ਹੀ ਸੂਰਜ ਹੈ, ਇੱਕੋ ਹੀ ਧਰਤੀ ਹੈ, ਇੱਕੋ ਹੀ ਜੀਵਨ ਹੈ। ਤਾਂ ਫਿਰ ਅਸੀਂ ਸਾਰੇ ਇੱਕ ਬਣ ਕੇ ਇੱਕ ਸੁਰ ਦੇ ਵਿੱਚ ਇੱਕ ਫੈਸਲਾ ਕਿਉਂ ਨਹੀਂ ਕਰ ਲੈਂਦੇ ਕਿ ਅਸੀਂ ਸਾਰੇ ਜੀਵਨ ਨੂੰ ਬਿਹਤਰ ਤਰੀਕੇ ਨਾਲ ਜੀਵਾਂਗੇ, ਅਸੀਂ ਕੁਦਰਤੀ ਤਰੀਕੇ ਨਾਲ ਜੀਵਨ ਨੂੰ ਜੀਵਾਂਗੇ, ਅਸੀਂ ਕਿਸੇ ਵਾਸਤੇ ਕੋਈ ਸਮੱਸਿਆ ਖੜੀ ਨਹੀਂ ਕਰਾਂਗੇ। ਕਿਉਂਕਿ ਸਿਆਣੇ ਕਹਿੰਦੇ ਨੇ ਜਿਓ ਔਰ ਜੀਣੇ ਦੋ। ਨਹੀਂ ਤਾਂ ਫਿਰ ਉਸ ਲੜਕੀ ਦੀ ਜੋ ਸਟੇਟਮੈਂਟ ਹੈ, ਜੋ ਕਹਿਣੀ ਹੈ, ਦੁਹਰਾਉਣੀ ਪਏਗੀ, ਹਾਊ ਡੇਅਰ ਯੂ। ਤੁਹਾਡੀ ਹਿੰਮਤ ਕਿਵੇਂ ਪਈ
ਸਾਡਾ ਬਚਪਨ ਖਰਾਬ ਕਰਨ ਦੀ, ਤੁਹਾਡੀ ਹਿੰਮਤ ਕਿਵੇਂ ਪਈ ਸਾਡਾ ਜੀਵਨ ਖਰਾਬ ਕਰਨ ਦੀ, ਤੁਹਾਡੀ ਹਿੰਮਤ ਕਿਵੇਂ ਪਈ ਸਾਡੀ ਧਰਤੀ ਖਰਾਬ ਕਰਨ ਦੀ, ਤੁਹਾਡੀ ਹਿੰਮਤ ਕਿਵੇਂ ਪਈ ਸਾਡਾ ਜਲਵਾਯੂ ਖਰਾਬ ਕਰਨ ਦੀ। ਸੋ ਇਹਦੇ ਵਿੱਚ ਸਾਡੀਆਂ ਭਾਵਨਾਵਾਂ ਵੀ ਜੁੜੀਆਂ ਹੋਈਆਂ ਨੇ, ਇਹਦੇ ਵਿੱਚ ਸਾਡੀ ਸਮਝਦਾਰੀ ਵੀ ਜੁੜੀ ਹੋਈ ਹੈ, ਤਾਂ ਹੀ ਅਸੀਂ ਇੱਕ ਪੋਜ਼ਿਟਿਵ ਰਿਜ਼ਲਟ ਤੇ ਪਹੁੰਚ ਸਕਦੇ ਹਾਂ ਤੇ ਸਾਰਿਆਂ ਦਾ ਭਲਾ ਕਰ ਸਕਦੇ ਹਾਂ। ਸਾਨੂੰ ਖੁਸ਼ੀ ਹੈ ਕਿ ਤੁਸੀਂ ਕੈਜੂਅਲ ਟਾਕਸ ਦਾ ਹਿੱਸਾ ਬਣੇ। ਹੋਰ ਅਪਡੇਟਸ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।